ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 24ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ केते बिल लाहे ताके अंत न पाए जाहे, एहो अंत न जाने कोय, बहुता कहीए बहुता होए, वड्डा साहेब ऊंचा थाओ, ऊंचे ऊपर ऊंचा नाव, एवड़ ऊंचा होवे कोय, तिस ऊंचे को जानै सोए, जेवड़ आप जानै आप आप, नानक नदरी करमी दात। इस पौड़ी विच गुरु साहब शुरुआत करते हैं अंत तो, पर दसना चाहते हैं उस बेअंत के बारे, क्योंकि अंत के नाल ही ना लग्या होया है। तो किथे ना किथे एक बार फिर गुरु साहब दसना चाहते हैं कि अजे भी अगर किसी का भुलेखा नहीं मिटिया तो इस पौड़ी की एक बार दोबारा विचार करे। अंत ना सिफती कहन ना अंत। अक्सर मनुख का एक सुभाव जिहा है, वो हर चीज़ का एक भेद पाना चाहता है, ਉਹਦਾ अंत पाना चाहता है कि ਇਹਦੇ पिछे की है, इस पिछे की है। जिवें कि ਮੋਸਟ ਪ੍ਰੋਬਬਲੀ ਜੋ ਸਾਇੰਸ ਨਾਲ ਜੁੜੇ ਹੁੰਦੇ ਆ ਤੇ ਉਹਨਾਂ ਦਾ ਪੂਰਾ ਜੀਵਨ ਹੀ ਇਸ ਪਿੱਛੇ ਲੱਭਦਾ ਹੈ। ਪਰ ਅਗਰ ਅਧਿਆਤਮਕ ਤੌਰ ਦੀ ਗੱਲ ਕੀਤੀ ਜਾਏ ਤੇ ਉੱਥੇ ਜਿੰਨੇ ਵੀ ਇਹ ਕੋਸ਼ਿਸ਼ ਕੀਤੀ ਹੈ ਤੇ ਉਹਨੂੰ ਅਖੀਰ ਵਿੱਚ ਇਹ ਮੰਨਣਾ ਪਿਆ ਕਿ ਨਹੀਂ ਪਾ ਸਕਦੇ ਉਹਦਾ ਅੰਤ, ਕਿਉਂਕਿ ਉਹ ਬੇਅੰਤ ਹੈ। ਇਸ ਨੂੰ ਅੱਗੇ ਖੋਲਦੇ ਹੋਏ ਗੁਰੂ ਸਾਹਿਬ ਇਸ ਪੌੜੀ ਵਿੱਚ ਬਖਸ਼ਿਸ਼ ਕਰਦੇ ਹਨ ਜੀ। अंत ना सिफती कि सिफत करन दा भाव ओदी वड्याइयां दा कोई अंत नहीं है। कहन ना अंत, कहन तो भाव कहन दा बयान करन दा दसन दा भी कोई अंत नहीं है कि ओदी किन्नी वड्डी दाता ने, वो आप किन्ना वड्डा है। अंत ना करना है, देन ना अंत। करना तो भाव जो वो कर रहा है, ओदे अगर कर्म अगर कोई गिन के दस सके, या वो जो दे रहा है, देन तो भाव दे रहा है, भाव दाता जो दे रहा है परमात्मा, ਉਹਦਾ भी कोई अंत नहीं। बेशुमार दाता इस कुदरत विचों सानू बख्शिश कर रहा है। अंत न वेखण, वेखण दा भी कोई अंत नहीं है। भाव अगर कोई सोचे कि मैं वेख के ही मैं सब कुछ वेख लवांगा, उस कुदरत का अंत पा लवांगा, तो गुरु साहब कहते नहीं। सुनन ना अंत, सुन के भी अंत नहीं पाया जा सकता। अंत न जापै क्या मन मंत। जापै तो भाव अंदाजा लगाना, क्या मन मंत तो भाव की चल रहा है गुरु दे मन विच, वो की सोच रहे हैं। अंत न जापै, इसका अंदाजा नहीं लगाया जा सकता कि गुरु की करन वाले हैं, वो की करना चाहते हैं, उन्हां दे मन विच किहड़ी गल चल रही है। इस गल का कोई अंदाजा नहीं लगा सकता। अंत ना जापै कीता आकार। जापै तो भाव पहले भी दस्या सीगा अंदाजा लगाना या पता लगाना, ते अंत ना जापै नहीं पता लगता, नहीं अंदाजा लगाया जा सकता। कीता आकार कि किन्ना उन्हें आकार तो भाव ये दुनिया की रचना की है, किन्नी दुनिया है, किन्ने जीव ने, कई तरह दी प्रणालियां ऐसियां हैं कि अजे तक ਉਹਦੇ ਬਾਰੇ ਪਤਾ ਹੀ ਨਹੀਂ ਲੱਗਿਆ। ਕਈ ਐਸੀਆਂ ਜੀਆਂ ਜੋ ਨਾ ਅਜੇ ਹੋਰ ਵੀ ਹੋਣਗੀਆਂ, ਜਿਸ ਬਾਰੇ ਜੇ ਹੋਰ ਤੋਂ ਹੋਰ ਖੋਜ ਕੀਤੀ ਜਾ ਰਹੀ ਹੈ ਤੇ ਰੋਜ਼ ਕੁਝ ਨਾ ਕੁਝ ਨਵਾਂ ਸਾਹਮਣੇ ਆ ਹੀ ਜਾਂਦਾ ਕੁਦਰਤ ਤੋਂ।
ਜਿਵੇਂ ਕਿ ਅਜੇ ਫਿਲਹਾਲ ਦੀ ਗੱਲ ਕਰੀਏ ਤੇ ਕਰੋਨਾ, ਕਿ ਹੁਣ ਕਿਹਨੂੰ ਪਤਾ ਸੀ ਕਿ ਕਰੋਨਾ ਆਏਗਾ, ਤੇ ਕੁਛ ਨਹੀਂ ਪਤਾ ਕਿ ਅੱਗੇ ਹੋਰ ਕੀ ਹੋਣਾ ਹੈ, ਕੀ ਇਸ ਕੁਦਰਤ ਵਿੱਚੋਂ ਸਾਨੂੰ ਮਿਲਣਾ ਹੈ। ਅੰਤ ਨਾ ਜਾਪੈ ਪਾਰਾਵਾਰ। ਪਾਰਾਵਾਰ ਭਾਵ ਹੁੰਦਾ ਹੈ ਕਿ ਜਿਹਦਾ ਕੋਈ ਸ਼ੁਰੂਆਤ ਨਾ ਪਤਾ ਲੱਗੇ ਨਾ ਕੋਈ ਅੰਤ ਪਤਾ ਲੱਗੇ, ਭਾਵ ਉਹ ਸ਼ੁਰੂਆਤ ਤੋਂ ਔਰ ਅੰਤ ਤੋਂ ਪਰੇ ਹੋਵੇ। ਪਾਰਾਵਾਰ ਜਿਹਦਾ ਕੋਈ ਅਖੀਰਲਾ ਬੰਨਾ ਹੀ ਨਹੀਂ ਹੈ, ਜਿਹਦੀ ਕੋਈ ਸ਼ੁਰੂਆਤ ਹੀ ਨਹੀਂ ਹੈ। ਪਰਮਾਤਮਾ ਕਿਉਂਕਿ ਆਦਿ ਸੱਚ ਹੈ, ਸ਼ੁਰੂਆਤ ਤੋਂ ਹੀ ਸੱਚ ਹੈ, ਤੇ ਨਾਨਕ ਹੋਸੀ ਭੀ ਸੱਚ, ਬਈ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੈ। ਤੇ ਅਗਰ ਕੋਈ ਗੱਲ ਕਰੇ ਕਿ ਮੈਂ ਇਹ ਦਾਅਵਾ ਕਰ ਸਕਦਾ ਵਾਂ ਜਾਂ ਪਤਾ ਲਗਾ ਸਕਦਾ ਕਿ ਧਰਤੀ ਕਿੱਥੋਂ ਸ਼ੁਰੂ ਹੋ ਰਹੀ ਹੈ ਤੇ ਕਿੱਥੇ ਖਤਮ ਹੋ ਰਹੀ ਹੈ, ਤੇ ਉਹਨੂੰ ਮੰਨਣਾ ਪਏਗਾ ਕਿ ਮੈਂ ਦਾਅਵਾ ਤੇ ਕੀਤਾ ਪਰ ਇਹ ਝੂਠਾ ਹੈ, ਅਸਲ ਵਿੱਚ ਨਹੀਂ ਪਤਾ ਲੱਗ ਸਕਦਾ। ਇਸੇ ਤਰੀਕੇ ਨਾਲ ਪਰਮਾਤਮਾ ਹੈ, ਅਸੀਂ ਨਹੀਂ ਪਤਾ ਲਗਾ ਸਕਦੇ ਕਿ ਉਹਦੀ ਸ਼ੁਰੂਆਤ ਕਿੱਥੋਂ ਹੈ, ਉਹਦਾ ਅੰਤ ਕਿੱਥੇ ਹੈ। ਅੰਤ ਕਾਰਨ ਕਿਤੇ ਬਿਲਲਾਹੇ, ਪਰ ਇਹ ਵੀ ਗੱਲ ਸੱਚੀ ਹੈ ਕਿ ਕਈ ਹਨ ਅੰਤ ਕਾਰਨ, ਯਾਨੀ ਕਿ ਅੰਤ ਦੇ ਲਈ, ਅੰਤ ਕਾਰਨ, ਅੰਤ ਦੇ ਲਈ ਕਿਤੇ ਬਿਲਲਾਹੇ। ਕਿਤੇ ਭਾਵ ਕਈ, ਕਿੰਨੇ ਹੀ, ਬਿਲਲਾਹੇ ਭਾਵ ਲੋਚਦੇ ਪਏ ਹਨ, ਖੋਜਦੇ ਪਏ ਹਨ, ਤਰਸਦੇ ਪਏ ਹਨ। ਬਿਲਲਾਹੇ ਦਾ ਅਰਥ ਹੁੰਦਾ ਕਾਈਂਡ ਆਫ, ਇੱਕ ਜਿਵੇਂ ਤਰਲੇ ਪਾਉਣਾ, ਪਰ ਜਿਵੇਂ ਅਗਰ ਭਾਵ ਅਰਥ ਵਿੱਚ ਲਵਾਂਗੇ ਤੇ ਕਹਿ ਦੇਵਾਂਗੇ ਕਿ ਕਿੰਨੇ ਹੀ ਖੋਜ ਰਹੇ ਹਨ ਆਪਣੇ ਆਪਣੇ ਤਰੀਕੇ ਦੇ ਨਾਲ, ਤਾਂ ਕਿ ਅੰਤ ਨਾ ਪਾਏ ਜਾਏ। ਪਰ ਕੀ ਉਸ ਪਰਮਾਤਮਾ ਦਾ ਅੰਤ ਪਾਇਆ ਗਿਆ ਜਾਂ ਪਾਇਆ ਜਾ ਰਿਹਾ ਹੈ? ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਤਾਂ ਕਿ ਅੰਤ ਨਾ ਪਾਏ ਜਾਏ। ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਰਿਹਾ, ਭਾਵੇਂ ਕਿੰਨੇ ਹੀ ਬਿਲਲਾ ਰਹੇ ਹਨ, ਲੋਚ ਰਹੇ ਹਨ, ਖੋਜ ਰਹੇ ਹਨ ਅੰਤ ਦੇ ਕਾਰਨ, ਅੰਤ ਦੇ ਲਈ, ਅੰਤ ਨੂੰ ਖੋਜਣ ਲਈ, ਪਰ ਉਹਦਾ ਅੰਤ ਜਿਹੜਾ ਹੈ ਉਹ ਨਹੀਂ ਲੱਭ ਪਾ ਰਿਹਾ। ਇਹੋ ਅੰਤ ਨਾ ਜਾਣੈ ਕੋਈ। ਇਹ ਜੋ ਅੰਤ ਹੈ ਇਸ ਨੂੰ ਕੋਈ ਨਹੀਂ ਜਾਣਦਾ। ਭਾਵ ਅਗਰ ਕੋਈ ਦਾਅਵਾ ਕਰ ਰਿਹਾ ਕਿ ਹਾਂ ਉਹਨੂੰ ਪਤਾ ਹੈ, ਪਰ ਗੁਰੂ ਸਾਹਿਬ ਨੇ ਲਿਖਿਤ ਵਿੱਚ ਦੇ ਦਿੱਤਾ, ਨਹੀਂ, ਕਿਸੇ ਨੂੰ ਨਹੀਂ ਪਤਾ। ਅਗਰ ਕੋਈ ਤੁਹਾਨੂੰ ਦੱਸ ਰਿਹਾ ਹੈ ਕਿ ਆਉਣ ਵਾਲੇ ਟਾਈਮ ਤੇ ਇਹ ਹੋ ਜਾਏਗਾ ਜਾਂ ਉਹ ਹੋ ਜਾਏਗਾ, ਤੇ ਇਹ ਬਾਣੀ ਦੀ ਤੁਕ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇਹੋ ਅੰਤ ਨਾ ਜਾਣੇ ਕੋਈ। ਕਿਸੇ ਨੂੰ ਕੁਝ ਨਹੀਂ ਪਤਾ ਉਸ ਪਰਮਾਤਮਾ ਦੇ ਬਾਰੇ, ਉਸ ਦੇ ਅੰਤ ਦੇ ਬਾਰੇ, ਇਸ ਕੁਦਰਤ ਦੇ ਅੰਤ ਦੇ ਬਾਰੇ। ਬਹੁਤਾ ਕਹੀ ਹੈ, ਬਹੁਤਾ ਹੋਏ। ਸੱਚਾਈ ਗੱਲ ਇਹ ਹੈ ਕਿ ਬਹੁਤਾ ਕਹੀ, ਯਾਨੀ ਕਿ ਜਿੰਨਾ ਕਿਹਾ ਜਾਂਦਾ ਹੈ ਬਹੁਤਾ ਹੈ, ਉਸ ਤੋਂ ਵੱਧ ਹੀ ਨਿਕਲਦਾ ਹੈ। ਕਿਉਂਕਿ ਸਾਡੀ ਸਭ ਦੀ ਸੋਚ ਜਿਹੜੀ ਹੈ ਉਹ ਇੱਕ ਸੀਮਿਤ ਹੈ, ਤੇ ਬੰਦਾ ਸੋਚਦਾ ਵੱਧ ਤੋਂ ਵੱਧ ਇਹ ਗੱਲ ਹੋਏਗੀ। ਕਿਸੇ ਦੇ ਬਾਰੇ ਵੀ ਗੱਲ ਕਰੀਏ ਤੇ ਅਸੀਂ ਇੱਕ ਅੰਦਾਜ਼ਾ ਲਗਾ ਲੈਂਦੇ ਹਾਂ, ਵੱਧ ਤੋਂ ਵੱਧ ਇਹ ਹੋ ਸਕਦਾ ਹੈ, ਵੱਧ ਤੋਂ ਵੱਧ ਇਹ ਹੋ ਸਕਦਾ ਹੈ। ਪਰ ਜਦ ਅਜਿਹਾ ਅੰਦਾਜ਼ਾ ਪਰਮਾਤਮਾ ਦੇ ਲਈ ਲਗਾਇਆ ਜਾਂਦਾ ਹੈ, ਤੇ ਫਿਰ ਜਦ ਉਸ ਸਟੇਜ ਤੇ ਪਹੁੰਚਿਆ ਜਾਂਦਾ ਹੈ ਕਿ ਪਰਮਾਤਮਾ ਵੱਧ ਤੋਂ ਵੱਧ ਹੋ ਸਕਦਾ ਹੈ, ਇੰਨਾ ਵੱਡਾ ਹੋਏਗਾ, ਪਰ ਜਦ ਉਸ ਸਟੇਜ ਤੇ ਬੰਦਾ ਪਹੁੰਚਦਾ ਫਿਰ ਉਹਨੂੰ ਸਮਝ ਆਉਂਦਾ ਨਹੀਂ, ਇਹ ਤੇ ਇਸ ਤੋਂ ਵੀ ਹੋਰ ਪਰੇ ਦੀ ਗੱਲ ਹੈ। ਬਹੁਤਾ ਕਹੀਏ, ਬਹੁਤਾ ਹੋਏ, ਜਿੰਨਾ ਅਸੀਂ ਕਹੀ ਜਾ ਰਹੇ ਹਾਂ ਉਸ ਤੋਂ ਉਹ ਉਨਾ ਹੀ ਵੱਡਾ ਜਾਪਦਾ ਹੈ। ਵੱਡਾ ਸਾਹਿਬ ਉੱਚਾ ਥਾਂ। ਪਰਮਾਤਮਾ ਆਪ ਤੇ ਵੱਡਾ ਹੈ ਹੀ ਹੈ, ਸਾਹਿਬ ਆਪ ਤਾਂ ਵੱਡਾ ਹੈ ਹੀ ਹੈ, ਉੱਚਾ ਥਾਂ, ਉਹਦਾ ਜਿਹੜਾ ਟਿਕਾਣਾ ਹੈ ਉਹ ਵੀ ਉੱਚਾ ਹੈ, ਉਹਦੇ ਵਰਗਾ ਹੀ ਉੱਚਾ ਹੈ, ਕਿਉਂਕਿ ਉਹ ਆਪ ਉੱਚਾ ਹੈ ਤੇ ਉਹਦਾ ਜਿਹੜਾ ਟਿਕਾਣਾ ਹੈ ਉਹ ਵੀ ਉੱਚਾ ਹੈ। ਹੁਣ ਇਸ ਤੋਂ ਭਾਵ ਇਹ ਨਹੀਂ ਕਿ ਉਹ ਕੋਈ ਸੱਤਵੇਂ ਅਸਮਾਨ ਤੇ ਰਹਿੰਦਾ ਹੈ। ਇਹਦੇ ਭਾਵ ਅਰਥ ਨੂੰ ਸਮਝਣਾ ਪਏਗਾ ਕਿ ਉੱਚਾ ਥਾਂ ਭਾਵ ਸਾਡੀ ਸੋਚ ਤੋਂ ਪਰੇ ਹੈ। ਜੇ ਅਸੀਂ ਸੋਚ ਲਈਏ ਕਿ ਪਰਮਾਤਮਾ ਅਸਮਾਨ ਤੇ ਬੈਠਾ ਹੈ ਤੇ ਫਿਰ ਅਸੀਂ ਗਲਤ ਸਾਬਿਤ ਹੋ ਜਾਵਾਂਗੇ, ਕਿਉਂਕਿ ਉੱਚਾ ਥਾਂ ਜਿੰਨਾ ਅਸੀਂ ਉੱਚਾ ਸੋਚਦੇ ਹਾਂ ਉਸ ਤੋਂ ਪਤਾ ਨਹੀਂ ਹੋਰ ਕਈ ਗੁਣਾ ਉਹ ਉੱਚਾ ਹੀ ਹੈ, ਭਾਵ ਉਹ ਹਰ ਜਗ੍ਹਾ ਮੌਜੂਦ ਹੈ। ਸਾਡੀ ਜਿਹੜੀ ਸੋਚ ਆ, ਸੋਚ ਸਕਦੀ ਹੈ ਪਰਮਾਤਮਾ ਇਸ ਜਗ੍ਹਾ ਹੈ, ਪਰਮਾਤਮਾ ਉਸ ਜਗ੍ਹਾ ਹੈ, ਕੋਈ ਕਹਿੰਦਾ ਹੈ ਧਰਤੀ ਤੇ ਹੈ, ਕੋਈ ਕਹਿੰਦਾ ਆਕਾਸ਼ ਤੇ ਹੈ, ਪਰ ਉਹ ਪਤਾ ਹੀ ਨਹੀਂ ਉਹਦਾ ਟਿਕਾਣਾ ਕਿੰਨਾ ਉੱਚਾ ਹੈ, ਕਿੰਨਾ ਵੱਡਾ ਹੈ। ਉੱਚੇ ਉੱਪਰ ਉੱਚਾ ਨਾ ਹੋ। ਉੱਚੇ ਉੱਪਰ ਭਾਵ ਉੱਚੇ ਤੋਂ ਉੱਚਾ, ਉੱਚੇ ਉੱਪਰ ਤੋਂ ਭਾਵ ਹੈ ਉੱਚੇ ਤੋਂ ਉੱਚਾ, ਉੱਚਾ ਨਾ ਹੋ। ਉਹਦਾ ਜਿਹੜਾ ਨਾਮ ਹੈ ਉਹ ਉੱਚੇ ਤੋਂ ਵੀ ਉੱਚਾ ਹੈ। ਉਹ ਕਿੰਨਾ ਵੱਡਾ ਉਹਦਾ ਨਾਮ ਹੈ ਇਹ ਵੀ ਦੱਸਣਾ ਸਾਡੀ ਸੋਚ ਤੋਂ ਪਰੇ ਦੀ ਗੱਲ ਹੈ, ਕਿਉਂਕਿ ਉਹਦਾ ਜਿਹੜਾ ਨਾਮ ਹੈ ਉਹ ਵੀ ਉਹਦੇ ਵਰਗਾ ਹੀ ਬਹੁਤ ਹੀ ਉੱਚਾ ਹੈ, ਜੋ ਸਾਡੀ ਸੀਮਿਤ ਸੋਚ ਵਿੱਚ ਨਹੀਂ ਆ ਸਕਦਾ। ਏਵੜ ਉੱਚਾ ਹੋਵੇ ਕੋਈ। ਏਵੜ ਤੋਂ ਭਾਵ ਇੰਨਾ ਵੱਡਾ। ਇਹ ਸਾਨੂੰ ਥੋੜਾ ਧਿਆਨ ਰੱਖਣਾ ਪਏਗਾ। ਇਹ ਜੋ ਵਰਡ ਨੇ, ਜੋ ਸ਼ਬਦ ਨੇ, ਇਹ ਅੱਗੇ ਜਦ ਆਣਗੇ, ਜੋ ਸਹਿਜ ਪਾਠ ਕਰਨਗੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ
ਕਿ ਏ ਵਰਡ, ਜਿੱਥੇ ਏ ਵਰਡ ਆਏ ਉਹਦਾ ਭਾਵ ਹੁੰਦਾ ਹੈ ਇੰਨਾ ਵੱਡਾ। ਏ ਵਰਡ ਉੱਚਾ ਭਾਵ ਇੰਨਾ ਉੱਚਾ, ਇੰਨਾ ਵੱਡਾ, ਉੱਚਾ। ਹੋਵੇ ਕੋਈ, ਜੇ ਕੋਈ ਹੋਏ। ਏ ਵਰਡ ਉੱਚਾ, ਹੋਵੇ ਕੋਈ। ਏ ਵਰਡ ਤੋਂ ਭਾਵ ਇੰਨਾ ਵੱਡਾ, ਇੰਨਾ ਵੱਡਾ ਕਿਹਾ ਜਾਂਦਾ ਨਾ ਕਿ ਬਈ ਪਿਓ ਬਣ ਕੇ ਹੀ ਪਤਾ ਲੱਗਦਾ ਹੈ ਕਿ ਪਿਓ ਕੀ ਹੁੰਦਾ, ਮਾਂ ਬਣ ਕੇ ਹੀ ਪਤਾ ਲੱਗਦਾ ਹੈ ਕਿ ਮਾਂ ਕੀ ਹੁੰਦੀ ਹੈ। ਬਾਕੀ ਤੇ ਸਿਰਫ ਕਹਿ ਸਕਦੇ ਆ ਮੂੰਹੋਂ, ਪਰ ਉਹ ਮਾਂ ਨੂੰ ਹੀ ਪਤਾ ਹੁੰਦਾ ਨਾ ਕਿ ਮਾਂ ਕਿਹਨੂੰ ਕਿਹਾ ਜਾਂਦਾ ਹੈ। ਤੇ ਇਸੇ ਤਰੀਕੇ ਨਾਲ ਇਹ ਵਰਡ ਉੱਚਾ, ਇੰਨਾ ਵੱਡਾ ਉੱਚਾ ਹੋਵੇ ਕੋਈ, ਜੇ ਕੋਈ ਹੋਵੇ ਇੰਨਾ ਉੱਚਾ, ਕਿੰਨਾ ਉੱਚਾ, ਜਿੰਨਾ ਉੱਚਾ ਪਰਮਾਤਮਾ ਹੈ। ਤਿਸ ਉੱਚੇ ਕੋ ਜਾਣੈ ਸੋਏ। ਉਸ ਉੱਚੇ ਨੂੰ ਯਾਨੀ ਕਿ ਉਸ ਪਰਮਾਤਮਾ ਨੂੰ, ਉਹ ਕਿੰਨਾ ਉੱਚਾ ਹੈ ਸਿਰਫ ਉਹੀ ਜਾਣ ਸਕਦਾ ਹੈ। ਪਰ ਇਹ ਗੱਲ ਸੱਚੀ ਹੈ ਕਿ ਉਹਦੇ ਬਰਾਬਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਤੇ ਇਹਦੇ ਨਾਲ ਇੱਕ ਗੱਲ ਹੋਰ ਕਲੀਅਰ ਹੋ ਜਾਂਦੀ ਹੈ ਕਿ ਕਈ ਵਾਰ ਸਾਡੀ ਨਜ਼ਰਾਂ ਅਜਿਹੀ ਹੋ ਜਾਂਦੀਆਂ, ਅਸੀਂ ਕਿਸੇ ਮਨੁੱਖ ਵੱਲ ਵੇਖਦੇ ਹਾਂ ਕਿ ਲੱਗਦਾ ਬਈ ਬਸ ਇਹ ਤੇ ਹੈ, ਬਹੁਤ ਪਹੁੰਚੀ ਹੋਈ ਚੀਜ਼ ਹੈ, ਬੜੀ ਉੱਚੀ ਅਵਸਥਾ ਹੈ। ਪਰ ਗੁਰੂ ਸਾਹਿਬ ਕਹਿੰਦੇ ਇਹ ਵਰਡ ਉੱਚਾ ਹੋਵੇ ਕੋਈ, ਜੇ ਅਗਰ ਇੰਨਾ ਉੱਚਾ ਹੋਏਗਾ ਨਾ ਕੋਈ, ਤਿਸ ਉੱਚੇ ਕੋ ਜਾਣਾ ਸੋਏ। ਹੁਣ ਇੱਥੇ ਇਸ ਤੁਕ ਦੇ ਦੋ ਅਰਥ ਨਿਕਲਦੇ ਆ ਕਿ ਅਗਰ ਕੋਈ ਜਿਵੇਂ ਨਾਮ ਜਪ ਕੇ ਆਪਣਾ ਜੀਵਨ ਅਜਿਹਾ ਬਣਾ ਲਵੇ ਕਿ ਜੋ ਹੈ ਤੇ ਅਸੀਂ ਵੀ ਪਰਮਾਤਮਾ ਦੀ ਹੀ ਅੰਸ਼ ਹਾਂ, ਤੇ ਕਿਤੇ ਨਾ ਕਿਤੇ ਉਸ ਨੂੰ ਇਹਦਾ ਭੇਦ ਪਤਾ ਲੱਗ ਸਕਦਾ ਹੈ। ਤਿਸ ਉੱਚੇ ਕੋ ਜਾਣਾ ਸੋਏ, ਕਿ ਉਸ ਨੂੰ ਇਸ ਦਾ ਭੇਦ ਪਤਾ ਲੱਗ ਸਕਦਾ ਹੈ, ਉਸ ਪਰਮਾਤਮਾ ਨੂੰ ਉਹ ਜਾਣ ਸਕਦਾ। ਦੂਜਾ ਗੱਲ ਹੈ ਕਿ ਇਹਦੇ ਨਾਲ ਨਾਲ ਇੱਕ ਕਾਈਂਡ ਆਫ ਕਹਿ ਸਕਦੇ ਹਾਂ ਕਿ ਅਗਰ ਕਮੈਂਟ ਵੀ ਮਾਰਿਆ ਗਿਆ ਇੱਥੇ ਕਿ ਕਾਈਂਡ ਆਫ ਇੱਕ ਸ਼ਰਤ ਰੱਖੀ ਗਈ ਹੈ ਕਿ ਉਹੀ ਜਾਣ ਸਕਦਾ ਨਾ ਜੋ ਉਹਦੇ ਵਰਗਾ, ਉਹਦੇ ਬਰਾਬਰ ਦਾ ਉੱਚਾ ਹੋਵੇ। ਅਗਰ ਕੋਈ ਉੱਚਾ ਹੈ ਹੀ ਨਹੀਂ ਤੇ ਜਾਣ ਨਹੀਂ ਸਕਦਾ। ਹੁਣ ਕਿਹਦੀ ਕੀ ਅਵਸਥਾ ਹੈ, ਇਹ ਅਸੀਂ ਅਗਰ ਅੰਦਾਜ਼ਾ ਲਗਾਉਂਦੇ ਹਾਂ ਤਾਂ ਸਾਡਾ ਤੇ ਅੰਦਾਜ਼ਾ ਹੀ ਹੈ ਨਾ। ਤੇ ਇਸ ਤੋਂ ਅੱਛਾ ਇਹੀ ਹੈ ਅਸੀਂ ਇਹ ਮੰਨ ਕੇ ਚੱਲੀਏ ਕਿ ਉਹਦੇ ਜਿਹਾ ਕੋਈ ਉੱਚਾ ਹੈ ਹੀ ਨਹੀਂ। ਕਿਉਂ? ਕਿਉਂਕਿ ਅਗਲੀ ਤੁਕ ਵਿੱਚ ਗੁਰੂ ਸਾਹਿਬ ਨਾਲ ਦੇ ਨਾਲ ਹੀ ਕਲੀਅਰ ਕਰ ਜਾਂਦੇ ਆ ਕਿ ਜੇਵੜ ਆਪ, ਜੇਵੜ ਭਾਵ ਜਿੰਨਾ ਵੱਡਾ। ਪਹਿਲੇ ਪੜ੍ਹਿਆ ਸੀ ਏ ਵਰਡ ਯਾਨੀ ਕਿ ਇੰਨਾ ਵੱਡਾ, ਹੁਣ ਆ ਗਿਆ ਜੇ ਵਰਡ, ਜੇ ਵਰਡ ਯਾਨੀ ਕਿ ਜਿੰਨਾ ਵੱਡਾ। ਜੇ ਵਰਡ ਆਪ ਯਾਨੀ ਕਿ ਜਿੰਨਾ ਵੱਡਾ ਪਰਮਾਤਮਾ ਇਹ ਆਪ ਹੈ। ਜਾਣੈ ਆਪ, ਸਿਰਫ ਉਹ ਆਪ ਹੀ ਜਾਣਦਾ ਹੈ, ਕੋਈ ਹੋਰ ਨਹੀਂ ਜਾਣਦਾ। ਜਾਣੈ ਆਪ ਭਾਵ ਉਹ ਸਿਰਫ ਆਪ ਹੀ ਜਾਣਦਾ ਹੈ, ਕਿਸੇ ਨੂੰ ਨਹੀਂ ਪਤਾ ਕਿ ਉਹ ਪਰਮਾਤਮਾ ਕਿੰਨਾ ਵੱਡਾ ਹੈ। ਨਾਨਕ ਨਦਰੀ ਕਰਮੀ ਦਾਤ। ਹੁਣ ਇੱਥੇ ਗੱਲ ਕੀਤੀ ਗਈ ਕਿ ਹੁਣ ਫਿਰ ਕੀ ਕਰੀਏ, ਕਿ ਇਹ ਸਾਰੇ ਜੋ ਪ੍ਰੋਸੈਸ ਸੀ, ਜੋ ਤਰੀਕੇ ਸੀਗੇ ਕਿ ਵੇਖਣ ਦੇ ਨਾਲ, ਸਿਫਤ ਸਲਾਹ ਕਰਨ ਦੇ ਨਾਲ, ਸੁਣਨ ਦੇ ਨਾਲ, ਕਿ ਸ਼ਾਇਦ ਕੋਈ ਭੇਦ ਪਾ ਲੇ ਤੇ ਕਿ ਭੇਦ ਨਹੀਂ ਪਾਇਆ ਜਾ ਸਕਦਾ। ਪਰ ਇੱਕ ਗੱਲ ਹੈ ਕਿ ਨਾਨਕ ਨਦਰੀ ਕਰਮੀ ਦਾਤ ਭਾਵ ਨਦਰ ਕਰਦੇ ਹੋਏ ਆਪਣੀ, ਕਰਮੀ ਭਾਵ ਬਖਸ਼ੀਸ਼ ਕਰਦੇ ਹੋਏ ਆਪਣੀ, ਨਦਰੀ ਦਾ ਕਈ ਵਾਰ ਭਾਵ ਅਰਥ ਆਉਂਦਾ ਮਿਹਰ ਕਰਦੇ ਆਪਣੀ, ਕਰਮੀ ਭਾਵ ਬਖਸ਼ੀਸ਼ ਕਰਦੇ ਆਪਣੀ, ਤੇ ਦਾਤ ਭਾਵ ਇਹ ਜਿੰਨੀ ਵੀ ਦਾਤ ਉਹ ਪਰਮਾਤਮਾ ਬਖਸ਼ ਰਿਹਾ ਹੈ ਇਹ ਸਿਰਫ ਤੇ ਸਿਰਫ ਉਹਦੀ ਨਜ਼ਰ ਕਰਕੇ ਹੈ, ਉਹਦੀ ਬਖਸ਼ੀਸ਼ ਕਰਕੇ ਹੈ। ਇਹ ਨਾਨਕ ਤੇਰੀ ਨਜ਼ਰ ਕਰਕੇ, ਨਦਰੀ ਤੇਰੀ ਨਜ਼ਰ ਦੇ ਨਾਲ, ਤੇਰੀ ਕਰਮੀ ਭਾਵ ਤੇਰੀ ਬਖਸ਼ੀਸ਼ ਦੇ ਨਾਲ ਇਹ ਸਾਰੀਆਂ ਜਿਹੜੀਆਂ ਦਾਤਾਂ ਹਨ ਉਹ ਮਿਲ ਰਹੀਆਂ ਹਨ, ਜੀਵ ਉਸਦਾ ਰੰਗ ਮਾਣ ਰਿਹਾ ਹੈ। ਕਹਿਣ ਤੋਂ ਭਾਵ ਆਪਣਾ ਯਤਨ ਜਿਹੜਾ ਉਹਨੂੰ ਲੱਗਦਾ ਹੈ ਕਿ ਉਹਨੇ ਇਹ ਕਰਮ ਕੀਤਾ ਤਾਂ ਉਹਨੂੰ ਇਹ ਦਾਤ ਮਿਲ ਗਈ, ਉਸਨੇ ਇਹ ਕਰਮ ਕੀਤਾ ਤਾਂ ਉਹਨੂੰ ਇਹ ਦਾਤ ਮਿਲ ਗਈ। ਪਰ ਗੁਰੂ ਸਾਹਿਬ ਬੜਾ ਅੱਛਾ ਫਰਮਾਨ ਦਿੰਦੀ ਆ ਕਿ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਕਿ ਪਹਿਲੇ ਇਹੀ ਲੱਗਦਾ ਹੈ ਨਾ ਕਿ ਮੈਂ ਕੀਤਾ, ਮੈਂ ਆਪਣਾ ਘਰ ਬਣਾਇਆ, ਮੈਂ ਕਾਰਾਂ ਬਣਾਈਆਂ, ਮੈਂ ਵੱਡਾ ਕਾਰੋਬਾਰ ਖੜਾ ਕੀਤਾ। ਪਰ ਜਿਉਂ ਉਹ ਬਾਣੀ ਵੱਲ ਜਾਂਦਾ ਹੈ ਤੇ ਨਿਮਰਤਾ ਉਹਦੇ ਅੰਦਰ ਜਿਹੜੀ ਹੈ ਉਹ ਆਉਂਦੀ ਹੈ ਤੇ ਉਹਨੂੰ ਸਮਝ ਆਉਣ ਲੱਗ ਜਾਂਦੀ ਹੈ। ਨਾਨਕ ਨਦਰੀ ਕਰਮੀ ਦਾਤ, ਜਿਸ ਨੂੰ ਮੈਂ ਆਪਣਾ ਉਦਮ ਉਪਰਾਲਾ ਸਮਝਦਾ ਸੀਗਾ, ਇਹ ਤੇ ਉਹਦੀ ਨਜ਼ਰ ਕਰਕੇ ਹੈ, ਉਹਦੀ ਕਰਮ ਕਰਕੇ, ਬਖਸ਼ੀਸ਼ ਕਰਕੇ ਹੀ ਇਹ ਦਾਤ ਜਿਹੜੀਆਂ ਹਨ ਇਹ ਪ੍ਰਾਪਤ ਹੋਈਆਂ ਹਨ। ਹੁਣ ਅਸੀਂ ਕਵਾਂਗੇ ਕਿ ਫਿਰ ਉਹਦੀ ਨਜ਼ਰ ਸਭ ਤੇ ਕਿਉਂ ਨਹੀਂ ਹੋ ਰਹੀ? ਕੋਈ ਗਰੀਬ ਹੈ, ਕੋਈ ਅਮੀਰ ਹੈ, ਅਜਿਹਾ ਕਿਉਂ ਹੈ? ਛੋਟਾ ਜਿਹਾ ਜੇ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਇੱਥੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹਦੀ ਜਿਹੜੀ ਦਾਤ ਕੀ ਹੈ। ਹੁਣ ਮੰਨ ਲਵੋ ਉਹਦੀ ਦਾਤ ਕੀ ਹੈ, ਉਹਨੇ ਸਾਨੂੰ ਇਹ ਮਨੁੱਖਾ ਦੇਹੀ ਦਿੱਤੀ ਨਾ, ਸਭ ਨੂੰ ਦੇ ਰਿਹਾ ਨਾ, ਸਭ ਨੂੰ ਇੱਕ ਵਾਰ ਮੌਕਾ ਦਿੰਦਾ ਉਹ। ਹੁਣ ਇਹ ਉਸ ਮਨੁੱਖ ਦੇ ਉੱਪਰ ਹੈ,
ਉਹਨੇ ਤੇ ਦਾਤ ਦੇ ਦਿੱਤੀ, ਹੱਥ ਦਿੱਤੇ, ਅੱਖਾਂ ਦਿੱਤੀਆਂ, ਕੰਨ ਦਿੱਤੇ। ਹੁਣ ਕੋਈ ਇਹਦੀ ਸਹੀ ਵਰਤੋਂ ਕਰ ਕਰਕੇ ਮੈਂ ਕਹਿੰਦਾ ਰਾਜਾ ਬਣੀ ਜਾ ਰਿਹਾ ਹੈ। ਹੁਣ ਉਹ ਦੁਨਿਆਵੀ ਪੱਖੋਂ ਵੀ ਰਾਜਾ ਹੋ ਰਿਹਾ ਹੈ ਤੇ ਮਨ ਦਾ ਵੀ ਰਾਜਾ ਹੋ ਰਿਹਾ, ਭਾਵ ਅਧਿਆਤਮਕ ਤੌਰ ਤੇ ਵੀ ਉਹ ਰਾਜੇ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ, ਯਾਨੀ ਕਿ ਸੰਤੋਖੀ ਹੋ ਗਿਆ। ਹੱਥਾਂ ਦੇ ਨਾਲ ਸੇਵਾ ਕਮਾ ਰਿਹਾ, ਅੱਖਾਂ ਦੇ ਨਾਲ ਚੰਗਾ ਵੇਖ ਰਿਹਾ, ਕੰਨਾਂ ਦੇ ਨਾਲ ਚੰਗਾ ਸੁਣ ਰਿਹਾ, ਪੈਰਾਂ ਦੀ ਸਹੀ ਵਰਤੋਂ ਕਰਕੇ ਸ਼ਰਾਬ ਦੇ ਠੇਕਿਆਂ ਵੱਲ ਨਾ ਜਾ ਕੇ ਉਹ ਗੁਰਦੁਆਰਾ ਸਾਹਿਬ ਜਾ ਰਿਹਾ ਹੈ। ਤਾਂ ਭਾਵ ਅਗਰ ਉਹਦੀ ਜਿਹੜੀ ਇਹ ਸਾਰੀ ਦਾਤਾਂ ਜਿਹੜੀ ਦਿੱਤੀਆਂ ਹੋਈਆਂ ਉਹਦੀ ਸਹੀ ਵਰਤੋਂ ਕਰ ਰਿਹਾ ਹੈ ਤਾਂ ਉਹ ਆਪੇ ਹੀ ਉਸ ਨਦਰ ਦਾ ਪਾਤਰ ਹੋ ਗਿਆ, ਉਸ ਦੀ ਬਖਸ਼ਿਸ਼ ਦਾ ਪਾਤਰ ਹੋ ਗਿਆ, ਕਿਉਂਕਿ ਉਸਨੇ ਦਾਤਾ ਦੀ ਸਹੀ ਵਰਤੋਂ ਕਰ ਲਈ। ਹੁਣ ਨਹੀਂ ਕੀਤੀ ਤੇ ਫਿਰ ਅਸੀਂ ਦੋਸ਼ ਦਿੰਦੇ ਹਾਂ ਪਰਮਾਤਮਾ ਨੂੰ। ਵਰਤੋਂ ਅਸੀਂ ਚੰਗੀ ਨਹੀਂ ਕਰ ਰਹੇ, ਉਹਨੇ ਤੇ ਸਭ ਨੂੰ ਬਰਾਬਰ, ਸਭ ਨੂੰ ਦਾਤਾ ਦਿੱਤੀਆਂ ਨਾ, ਉਹਨੇ ਤੇ ਵਿਤਕਰਾ ਨਹੀਂ ਕੀਤਾ। ਤੇ ਹੁਣ ਸਾਡੇ ਕੀਤੇ ਕਰਮਾਂ ਦੇ ਅਨੁਸਾਰ ਹੀ ਕਈਆਂ ਨੂੰ ਕਹਿੰਦੇ ਨਾ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ। ਤੇ ਹੁਣ ਵੇਖਣਾ ਪਏਗਾ, ਜਿਹਨੇ ਚੰਗੀ ਵਰਤੋਂ ਕੀਤੀ ਆ ਉਹਦੇ ਤੇ ਬਖਸ਼ੀਸ਼ ਹੋ ਗਈ, ਉੱਤੇ ਮਿਹਰ ਹੋ ਗਈ, ਤੇ ਜਿਹਨੇ ਚੰਗੀ ਵਰਤੋਂ ਨਹੀਂ ਕੀਤੀ ਫਿਰ ਕੀ ਹੋਏਗਾ, ਉਹਨੂੰ ਫਿਰ ਬਾਰ-ਬਾਰ ਭਟਕਣਾ ਜਿਹੜੀ ਹੈ ਉਹਦਾ ਸਾਹਮਣਾ ਕਰਨਾ ਪਏਗਾ, ਭਟਕਣਾ ਵਿੱਚ ਆਉਣਾ ਹੀ ਪਏਗਾ, ਜਨਮ ਮਰਨ ਦੇ ਗੇੜ ਵਿੱਚ ਬਾਰ-ਬਾਰ ਆਏਗਾ, ਬਾਰ-ਬਾਰ ਖੱਜਲ ਖੁਆਰ ਹੋਏਗਾ ਤੇ ਆਪਣਾ ਵਰਤਮਾਨ ਵੀ ਗਵਾ ਰਿਹਾ ਹੈ, ਪ੍ਰੈਜ਼ੈਂਟ ਜਿਹੜਾ ਹੈ ਉਹ ਤੇ ਗਵਾ ਹੀ ਰਿਹਾ ਹੈ, ਪਾਸਟ ਆਲਰੇਡੀ ਗਵਾ ਚੁੱਕਾ ਹੈ, ਤੇ ਫਿਰ ਕੀ ਹੋਏਗਾ, ਆਉਣ ਵਾਲਾ ਜਿਹੜਾ ਸਮਾਂ ਹੈ ਉਹ ਵੀ ਗਵਾਏਗਾ। ਤੇ ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਨੇ ਜੋ ਸਾਡੇ ਤੇ ਮਿਹਰ ਕੀਤੀ ਹੈ, ਜੋ ਕਰਮ ਕੀਤਾ ਹੈ, ਉਸ ਦਾ ਅਸੀਂ ਸਹੀ ਇਸਤੇਮਾਲ ਕਰੀਏ, ਉਸਦੀ ਸਹੀ ਵਰਤੋਂ ਕਰੀਏ। ਗੁਰੂ ਸਾਹਿਬ ਸਭ ਦੇ ਸਿਰ ਤੇ ਮਿਹਰ ਤੇ ਸਭ ਦੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਸਭ ਨੂੰ ਇਹ ਸੋਝੀ ਬਖਸ਼ਦੇ ਰਹਿਣ ਕਿ ਅਸੀਂ ਕਿਤੇ ਨਾ ਕਿਤੇ ਜੋ ਵੀ ਸਾਨੂੰ ਉਹਨਾਂ ਨੇ ਦਾਤਾਂ ਦਿੱਤੀਆਂ ਉਹਦੀ ਅਸੀਂ ਸਹੀ ਵਰਤੋਂ ਕਰੀਏ। अगर आप जी का कोई सवाल होए आप जी बिल्कुल कमेंट बॉक्स से लिख सकते हो जी। भुला चुका दी खीमा गज के फतेह बुलाना जी। वाहिगुरु जी का खालसा वाहिगुरु जी की फतेह।